स्वागत है गौरव शुक्ला मैं हां ਤੁਹਾਡੇ ਨਾਲ ਚੋਣ ਬਿਗੁਲ ਪੰਜਾਬ ਦੇ ਵਿੱਚ ਵੱਜ ਚੁੱਕਿਆ ਹੈ 14 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ 10 ਮਾਰਚ ਨੂੰ ਪੰਜਾਬ ਦੀਆਂ ਵੋਟਾਂ ਦੇ ਨਤੀਜੇ ਆਉਣਗੇ ਬਾਕੀ ਪੰਜ ਸੂਬਿਆਂ ਦੇ ਨਾਲ ਸੋ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਨੇ ਅੱਜ ਪੰਜਾਬ ਚੋਣਾਂ ਦਾ 21 ਜਨਵਰੀ ਤੋਂ ਨਾਮਜ਼ਦਗੀਆਂ ਨੋਮੀਨੇਸ਼ਨ ਫਾਰਮ ਸ਼ੁਰੂ ਹੋ ਜਾਣਗੇ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਭਰ ਸਕਦੇ ਨੇ ਉਸ ਤੋਂ ਬਾਅਦ 28 ਜਨਵਰੀ ਤੱਕ ਜਿਹੜੀ ਹੈ ਉਹ ਆਖਰੀ ਡੇਟ ਹੋਏਗੀ ਨਾਮਜ਼ਦਗੀਆਂ ਦਾਖਲ ਕਰਨ ਦੀ ਉਸ ਤੋਂ ਬਾਅਦ 29 ਨੂੰ ਸਕਰੂਟਨੀ ਹੋਏਗੀ ਔਰ 29 ਨੂੰ ਸਕਰੂਟਨੀ ਤੋਂ ਬਾਅਦ 31 ਤਰੀਕ ਜਿਹੜੀ ਹੈ ਉਹ ਲਾਸਟ ਡੇਟ ਹੋਏਗੀ ਨਾਮਜ਼ਦਗੀਆਂ ਵਾਪਸ ਲੈਣ ਦੀ 31 ਤਰੀਕ ਲਾਸਟ ਡੇਟ ਹੋਏਗੀ ਨਾਮਜ਼ਦਗੀਆਂ ਵਾਪਸ ਲੈਣ ਦੀ ਉਸ ਤੋਂ ਬਾਅਦ 14 ਫਰਵਰੀ ਜਿਹੜੀ ਹੈ ਉਹ VOTING ਹੋਣੀ ਹੈ ਤੇ 10 ਮਾਰਚ ਨੂੰ ਨਤੀਜੇ ਆਉਣਗੇ बिल्कुल एक एक करके असं तरीका जरूर देखांगे इस दे उत्ते गलबात होंदी रहेगी जिहड़ी ब्रेकिंग इस समय की वड्डी खबर यही है 14 फरवरी ਨੂੰ पंजाब दे विच वोटिंग होण जा रही है 14 फरवरी ਦਾ दिन सोमवार ਦਾ दिन होएगा ਜਦੋਂ पंजाब ਦੇ ਵਿੱਚ ਵੋਟਾਂ ਪਾਈਆਂ ਜਾਣਗੀਆਂ ਉਸ ਤੋਂ ਬਾਅਦ 10 ਮਾਰਚ ਨੂੰ ਨਤੀਜੇ ਆਉਣੇ ਨੇ ਪੰਜਾਬ ਦੇ ਲਈ ਇਹ ਚੋਣਾਂ ਦਾ ਐਲਾਨ ਹੋ ਗਿਆ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਕਿ 21 ਜਨਵਰੀ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਜਾਏਗਾ ਪੰਜਾਬ ਦੇ ਵਿੱਚ ਖਾਸ ਇਸ ਵਾਰ ਇਹ ਵੀ ਹੈ ਕਿਉਂਕਿ ਜਦੋਂ ਵੋਟਾਂ ਦੇ ਲਈ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਉਸ ਸਮੇਂ खूब ढोल धमाकियां दे नाल वड्डे इकट्ठ दे नाल पहुंचते ने उम्मीदवार अपनी नामजदगियां भरन खास तौर ते जिहड़े वड्डे VIP कैंडीडेट्स हुंदे ने शायद इस बार नजर ना आवे इस बार कुछ वखरा होएगा वखरा इस करके भी कहा जा रहा है क्योंकि इलैक्शन कमीशन ने कह दिता है कि तुसीं इकट्ठ नहीं कर सकते यानी कि तुहानूं वख-वख थावां दे उत्ते मैं सौखे शब्दां दे विच कहां तां शायद इस बार जिहड़ा चोणां दा माहौल नजर आउंदा हुंदा है शायद वो भी नजर ना आवे ਸੋ ਪੰਜਾਬ ਦੇ ਵਿੱਚ ਅੱਜ ਚੋਣਾਂ ਦਾ ਬਿਗੁਲ ਵੱਜ ਗਿਆ ਐਲਾਨ ਹੋ ਗਿਆ ਸਭ ਨੂੰ ਇੰਤਜ਼ਾਰ ਸੀ ਬੜੀ ਉਤਸੁਕਤਾ ਸੀ ਲੋਕਾਂ ਦੇ ਵਿੱਚ ਜਾਣਨ ਦੀ ਕਿ ਕਦੋਂ ਇਲੈਕਸ਼ਨ ਹੋਣਗੇ ਕੀ ਇਸ ਵਾਰ ਜ਼ਿਆਦਾ ਲੰਬਾ ਚੋਣ ਪ੍ਰੋਗਰਾਮ ਤੇ ਨਹੀਂ ਹੋਏਗਾ ਕਿ 2 ਮਹੀਨੇ ਤੱਕ ਤੇ ਲੋਕਾਂ ਨੂੰ ਇਸ ਪ੍ਰਕਿਰਿਆ ਚੋਂ ਨਹੀਂ ਲੰਘਣਾ ਪਏਗਾ ਕਿ 2 ਮਹੀਨੇ ਤੱਕ ਕੈਂਡੀਡੇਟਸ ਨੂੰ ਇਸ ਪ੍ਰਕਿਰਿਆ ਚੋਂ ਤਾਂ ਨਹੀਂ ਲੰਘਣਾ ਪਏਗਾ ਚੋਣ ਕਮਿਸ਼ਨ ਨੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸੌਖੀਆਂ ਜ਼ਰੂਰ ਕਰ ਦਿੱਤੀਆਂ ਨੇ ਪਰ इस सब दे विच कुछ पाबंदियां जड़ियां चोण कमिशन ने लाइयां ने एक एक करके असीं उस ते चर्चा करांगे पहला असीं ये तरीका दिखा रहे हां एक ही गेट दे विच वोटां पैणीਆਂ ने 14 फरवरी जिहड़ी तारीख है वैलेंटाइन्स डे 14 फरवरी दी तारीख है 14 फरवरी नूं वोटां पैणीਆਂ और नतीजे 10 मार्च नूं 24 दिन दा टाइम रहेगा 14 फरवरी तो लैके 10 मार्च तक दा क्योंकि 28 फरवरी दा महीना है गौरव और 14 दिन फरवरी दे और 10 दिन अगे दे 24 दिन दे बाद पता लग जाएगा कि प्यार किनू दिखाया है बिल्कुल प्यार किसने दिखाया है यानी कि 14 तरीक उस तो बाद 10 मार्च ये दोवें डेट्स बहुत अहम ने ਅਸੀਂ ਇੱਕ ਵਾਰੀ ਸਾਰੀਆਂ ਜਿਹੜੀਆਂ ਤਰੀਕਾਂ ਨੇ ਬਹੁਤ ਅਹਿਮ ਜਾਣਨੀਆਂ ਜ਼ਰੂਰੀ ਨੇ ਉਸ ਦਾ ਜ਼ਿਕਰ ਕਰਦੇ ਹਾਂ ਉਸ ਤੋਂ ਬਾਅਦ ਪਾਬੰਦੀਆਂ ਵਾਲੇ ਇਸ਼ੂ ਦੇ ਉੱਤੇ ਆਵਾਂਗੇ ਕਿ ਪਾਬੰਦੀਆਂ ਕੀ ਨੇ ਤੇ ਇਸ ਵਾਰ ਦੇ ਇਲੈਕਸ਼ਨ ਅਲੱਗ ਤੇ ਖਾਸ ਕਿਵੇਂ ਹੋ ਸਕਦੇ ਨੇ ਜੋ ਮੈਂ ਵੋਟਾਂ ਦਾ ਜ਼ਿਕਰ ਕਰ ਰਿਹਾ ਸੀ 10 ਮਾਰਚ ਨੂੰ ਨਤੀਜੇ ਨੇ 14 ਫਰਵਰੀ ਨੂੰ VOTING ਹੋਣੀ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਇਹ ਜਿਹੜਾ ਦਿਨ ਹੈ ਪਹਿਲਾ ਦਿਨ ਜਾਂ ਤੁਸੀਂ ਕਹਿ ਸਕਦੇ ਹੋ ਕਿ ਪਹਿਲੇ ਜਿੱਥੋਂ ਇਲੈਕਸ਼ਨ ਪੂਰੇ ਆਪਣੇ ਚਰਮ ਦੇ ਉੱਤੇ ਸਿਖਰ ਦੇ ਉੱਤੇ ਪਹੁੰਚ ਜਾਏਗਾ ਤਾਂ 21 ਜਨਵਰੀ ਦਾ ਦਿਨ ਹੋਏਗਾ ਜਦੋਂ ਨੋਮੀਨੇਸ਼ਨ ਸ਼ੁਰੂ ਹੋ ਜਾਏਗੀ 21 ਜਨਵਰੀ ਨੂੰ ਸ਼ੁਰੂਆਤ ਹੋਣੀ ਹੈ 28 ਤਰੀਕ ਨੂੰ ਆਖਰੀ ਦਿਨ ਹੋਏਗਾ 28 ਜਨਵਰੀ ਨੂੰ ਆਖਰੀ ਦਿਨ ਹੋਏਗਾ ਜਦੋਂ ਕੋਈ ਜਾ ਕੇ ਆਪਣੀ ਨਾਮਜ਼ਦਗੀ ਭਰ ਸਕਦਾ ਹੈ ਤੇ ਉਸ ਤੋਂ ਬਾਅਦ ਮੈਂ ਅਗਲੀ ਤਰੀਕਾ ਵੀ ਤੁਹਾਨੂੰ ਦਿਖਾਵਾਂਗਾ ਸਕਰੂਟਨੀ ਹੋਣੀ ਹੈ ਸਕਰੂਟਨੀ ਤੋਂ ਬਾਅਦ ਫਿਰ ਜਾ ਕੇ ਇਲੈਕਸ਼ਨ ਹੁੰਦੇ ਨੇ ਤਾਂ ਇਹ ਡੇਟਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਵਿੱਚ 14 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤਿਆਰੀ ਤੁਸੀਂ ਵੀ ਖਿੱਚ ਲਓ 14 ਫਰਵਰੀ ਦੇ ਦਿਨ ਦੀਆਂ ਤਿਆਰੀਆਂ ਸ਼ਾਇਦ ਲੱਗਦਾ ਹੈ ਕਿ ਹਰ ਸਾਲ ਹੁੰਦੀਆਂ ਹੋਣਗੀਆਂ ਪਰ ਇਸ ਵਾਰ ਬਹੁਤ ਕੁਝ ਖਾਸ ਹੈ ਕਿਉਂਕਿ ਪੰਜਾਬ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ ਨੇ 14 ਫਰਵਰੀ ਦੇ ਦਿਨ ਵਿਜੇ ਬਿਲਕੁਲ 14 ਫਰਵਰੀ ਦੇ ਦਿਨ ਵੋਟਾਂ ਪੈਣ ਜਾ ਰਹੀਆਂ ਨੇ ਔਰ 10 ਮਾਰਚ ਨੂੰ ਗਿਣਤੀ ਹੋਣੀ ਹੈ ਇਹ 28 ਦਿਨ ਵੀ ਖੈਰ ਉਮੀਦਵਾਰਾਂ ਦੇ ਲਈ ਬੜੇ ਔਖੇ ਲੰਘਦੇ ਨੇ ਹਰ ਵਾਰ ਉਮੀਦਵਾਰਾਂ ਦੇ ਲਈ 28 ਦਿਨ ਜਾਂ ਪਿਛਲੀ ਵਾਰ 35 ਦਿਨ ਦਾ ਕਰੀਬ ਸਮਾਂ ਸੀ 34-35 ਦਿਨ ਦਾ ਉਹ ਵੀ ਬੜਾ ਔਖਾ ਲੰਘਿਆ ਸੀ ਪਰ ਕਿਉਂਕਿ 7 ਗੇੜਾਂ ਦੇ ਵਿੱਚ ਇਹ ਵੋਟਾਂ ਪੈਣੀਆਂ ਨੇ ਸੋ ਇਸ ਕਰਕੇ ਇਹ ਧਿਆਨ ਦੇਣਾ ਬੜਾ ਜ਼ਰੂਰੀ ਹੈ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਹੀ ਸਿਰਫ ਕੈਂਪੇਨ ਹੋ ਸਕੇਗੀ ਜਿਹੜਾ ਚੋਣ ਕਮਿਸ਼ਨ ਨੇ ਅੱਜ ਜਿਹੜੇ ਹੁਕਮ ਜਾਰੀ ਕੀਤੇ ਨੇ 8 ਵਜੇ ਤੋਂ ਬਾਅਦ ਜਿਹੜਾ ਹੈ ਉਹ ਚੋਣ ਕਰਫਿਊ ਜਾਂ ਕਹੀਏ ਕੈਂਪੇਨ ਕਰਫਿਊ ਰਹੇਗਾ ਕੈਂਪੇਨ ਕਰਫਿਊ ਦਾ ਨਾਮ ਦਿੱਤਾ ਗਿਆ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਤੁਸੀਂ ਇਹ ਤਾਂ ਬਹੁਤ ਸੁਣਿਆ ਹੋਏਗਾ ਜਾਂ ਇਲੈਕਸ਼ਨਾਂ ਤੋਂ ਪਹਿਲਾਂ ਜਿਵੇਂ ਆਮ ਜਿਹੜਾ ਹੈ ਇਹ ਸੁਣਿਆ ਹੋਏਗਾ ਕਿ ਨਾਈਟ ਕਰਫਿਊ ਲੱਗਿਆ ਹੈ ਕਿ ਰਾਤ ਨੂੰ ਲੋਕ ਬਾਹਰ ਨਹੀਂ ਨਿਕਲ ਸਕਦੇ ਹੁਣ ਕੈਂਪੇਨ ਕਰਫਿਊ ਇੱਕ ਲਫ਼ਜ਼ ਜਿਹੜਾ ਹੈ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ ਕਿ ਉਮੀਦਵਾਰ ਰਾਤ 8 ਵਜੇ ਤੋਂ ਬਾਅਦ ਕੈਂਪੇਨ ਨਹੀਂ ਕਰ ਸਕਣਗੇ ਔਰ ਫਿਲਹਾਲ ਤਾਂ 15 ਜਨਵਰੀ ਤੱਕ ਨਾ ਕੋਈ ਰੋਡ ਸ਼ੋ ਨਾ ਕੋਈ ਰੈਲੀ ਵੱਡੀ ਰੈਲੀ
ਨਾ ਕੋਈ ਨੁੱਕੜ ਮੀਟਿੰਗ, ਨਾ ਕੋਈ ਸੱਥ ਪਿੰਡ ਦੇ ਵਿੱਚ ਖੜ ਕੇ ਮੀਟਿੰਗ, ਕੁਝ ਨਹੀਂ ਹੋ ਪਾਏਗਾ। ਸਿਰਫ ਡੋਰ ਟੂ ਡੋਰ ਪ੍ਰਚਾਰ ਦੀ ਇਜਾਜ਼ਤ ਹੈ, ਉਹ ਵੀ 5 ਲੋਕਾਂ ਨੂੰ। ਬਿਲਕੁਲ ਆਮ ਤੌਰ ਤੇ ਜਿਸ ਦਿਨ ਇਲੈਕਸ਼ਨ ਹੁੰਦੇ ਨੇ ਉਸ ਤੋਂ ਜਿਹੜਾ ਕਰੀਬ 48 ਘੰਟੇ ਪਹਿਲਾਂ ਰੁਕ ਜਾਂਦਾ ਹੈ ਇਲੈਕਸ਼ਨ ਕਮਿਸ਼ਨ ਦਾ ਹਦਾਇਤਾਂ ਮੁਤਾਬਕ ਰੌਲਾ ਚੋਣ ਪ੍ਰਚਾਰ ਦਾ, ਉਹ ਸ਼ਾਇਦ ਇਸ ਵਾਰ ਤੁਹਾਨੂੰ ਪੂਰੀ ਇਲੈਕਸ਼ਨ ਦੇ ਦੌਰਾਨ ਹੀ ਸੁਣਨ ਨੂੰ ਨਾ ਮਿਲੇ। ਸੋ ਡਿਜੀਟਲ ਵਰਚੁਅਲ ਤਰੀਕੇ ਦੇ ਨਾਲ ਚੋਣ ਪ੍ਰਚਾਰ ਹੋਏਗਾ, ਇਸ ਦੀ ਸਲਾਹ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਫਿਲਹਾਲ ਸਲਾਹ ਦਿੱਤੀ ਹੈ, ਪਰ ਅਗਲੇ ਦਿਨਾਂ 'ਚ ਹੁਕਮ ਵੀ ਜਾਰੀ ਹੋ ਸਕਦੇ ਆ। 15 ਜਨਵਰੀ ਤੱਕ ਤੇ ਹੋ ਹੀ ਗਏ ਨੇ ਕਿ 15 ਜਨਵਰੀ ਤੱਕ ਫਿਲਹਾਲ ਹਰ ਚੀਜ਼ ਤੇ ਰੋਕ ਰਹੇਗੀ। ਕਿਸ ਤਰੀਕੇ ਨਾਲ ਉਮੀਦਵਾਰਾਂ ਨੇ ਇਹ ਚੀਜ਼ ਮੈਨੇਜ ਕਰਨੀ ਹੈ, ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਹਰ ਵਰਕਰ ਦੀ ਇਹਨਾਂ ਚੋਣਾਂ ਦੇ ਵਿੱਚ ਵੈਲਿਊ ਹੋਏਗੀ, ਹਰ ਵਰਕਰ ਦੀ ਇਹਨਾਂ ਚੋਣਾਂ ਦੇ ਵਿੱਚ ਲੋੜ ਹੋਏਗੀ ਕਿ ਉਹ ਕਿਸ ਤਰੀਕੇ ਨਾਲ ਲੋਕਾਂ ਤੱਕ ਆਪਣੀ ਗੱਲ ਜਾਂ ਆਪਣੀ ਪਾਰਟੀ ਦੀ ਗੱਲ ਪਹੁੰਚਾਉਂਦੇ ਨੇ। ਬਿਲਕੁਲ ਇਹ ਕਰੋਨਾ ਕਰਕੇ ਜੋ ਚੋਣਾਂ ਦਾ ਇਸ ਵਾਰ ਰੂਪ ਬਦਲਿਆ ਹੋਇਆ ਨਜ਼ਰ ਆਏਗਾ, ਅਸੀਂ ਉਸ ਦਾ ਜ਼ਿਕਰ ਕਰ ਰਹੇ ਹਾਂ ਔਰ ਇੱਕ ਕਰਕੇ ਗ੍ਰਾਫਿਕ ਵੀ ਤੁਹਾਡੇ ਤੱਕ ਪਹੁੰਚਾਏ ਨੇ। ਇਹ ਪੂਰੀ ਇਨਫੋਰਮੇਸ਼ਨ ਹੈ। ਡੋਰ ਟੂ ਡੋਰ ਪ੍ਰਚਾਰ ਦੇ ਲਈ 5 ਲੋਕਾਂ ਨੂੰ ਮਨਜ਼ੂਰੀ ਹੈ, ਜੇਕਰ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ 15 ਜਨਵਰੀ ਤੋਂ ਬਾਅਦ ਵੀ ਰਹਿੰਦੀਆਂ ਨੇ, ਜਿਸ ਦੀਆਂ ਤੁਸੀਂ ਕਹਿ ਸਕਦੇ ਹੋ ਅਸਾਰ ਬਹੁਤ ਜ਼ਿਆਦਾ ਨੇ। ਔਰ ਇਸ ਦਾ ਸਿੱਧਾ ਜਿਹਾ ਮਤਲਬ ਹੋਏਗਾ ਕਿ ਇਸ ਵਾਰ ਸ਼ਾਇਦ ਉਸ ਤਰੀਕੇ ਨਾਲ ਵੱਡੀਆਂ ਰੈਲੀਆਂ ਜਾਂ ਫਿਰ ਖੂਬ ਵੋਟਾਂ ਦਾ ਰੌਲਾ ਉਹ ਸੁਣਨ ਨੂੰ ਨਾ ਹੀ ਮਿਲੇ। ਆਨਲਾਈਨ ਨਾਮਜ਼ਦਗੀਆਂ ਜ਼ਰੂਰ ਹੋ ਸਕਣਗੀਆਂ ਔਰ ਇਸ ਦੇ ਨਾਲ ਜੋ ਕਿਹਾ ਗਿਆ ਹੈ 15 ਜਨਵਰੀ ਤੱਕ ਹਦਾਇਤਾਂ ਨੇ, ਉਸ ਤੋਂ ਬਾਅਦ ਕੀ ਹੁੰਦਾ ਉਹ ਦੇਖਣਾ ਹੋਏਗਾ। ਪਰ 15 ਜਨਵਰੀ ਤੱਕ ਕੋਈ ਪੈਦਲ ਮਾਰਚ ਨਹੀਂ ਹੋ ਸਕਦਾ, ਕੋਈ ਰੋਡ ਸ਼ੋ ਨਹੀਂ ਹੋ ਸਕਦਾ, ਕੋਈ ਬਾਈਕ ਰੈਲੀ ਨਹੀਂ ਹੋ ਸਕਦੀ, ਕੋਈ ਸਾਈਕਲ ਰੈਲੀ ਨਹੀਂ ਹੋ ਸਕਦੀ, ਕੋਈ ਕਾਰ ਦੇ ਉੱਤੇ ਚੜ੍ਹ ਕੇ, ਕੋਈ ਟਰੱਕ ਦੇ ਉੱਤੇ ਚੜ੍ਹ ਕੇ, ਕੋਈ ਰੱਥ ਬਣਾ ਕੇ ਕਿਸੇ ਤਰੀਕੇ ਨਾਲ ਕੋਈ ਪ੍ਰਚਾਰ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਕੋਈ ਫਿਜ਼ੀਕਲ ਵੱਡੀ ਰੈਲੀ ਨਹੀਂ ਹੋ ਸਕਦੀ। ਤੁਸੀਂ ਆਨਲਾਈਨ ਜਾ ਕੇ ਜੋ ਮਰਜ਼ੀ ਕਰੋ, ਕੋਈ ਦਿੱਕਤ ਨਹੀਂ। ਆਨਲਾਈਨ ਜਾ ਕੇ ਤੁਸੀਂ ਲੋਕਾਂ ਤੱਕ ਜੁੜਨਾ ਹੈ ਔਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਣੀ ਹੈ। ਉਹੀ ਇੱਕ ਸਭ ਤੋਂ ਅਹਿਮ ਔਰ ਵੱਡਾ ਤਰੀਕਾ ਇਸ ਵਾਰ ਵੋਟਾਂ ਦੇ ਦੌਰਾਨ ਪੋਲੀਟੀਕਲ ਪਾਰਟੀਆਂ ਦੇ ਕੋਲ ਹੋਵੇਗਾ। ਇੱਕ ਵਾਰੀ ਮੈਂ ਦੁਬਾਰਾ ਕਲੀਅਰ ਕਰ ਰਿਹਾ ਕਿ ਇਲੈਕਸ਼ਨ ਕਮਿਸ਼ਨ ਨੇ 15 ਤਰੀਕ ਤੱਕ ਇਹ ਜ਼ਿਕਰ ਕੀਤਾ ਹੈ। ਔਰ ਵਿਜੇ ਇਨਫੈਕਟ ਆਪਾਂ ਬ੍ਰੇਕ ਦੇ ਵਿੱਚ ਗੱਲ ਕਰ ਰਹੇ ਸੀ ਕਿਉਂਕਿ ਬਹੁਤ ਸਾਰੇ ਲੋਕ ਕਰੋਨਾ ਪੋਜ਼ਿਟਿਵ ਆ ਰਹੇ ਨੇ। ਹੁਣ 14 ਫਰਵਰੀ ਨੂੰ ਜੇ ਕਿਸੇ ਦੀ ਉਸ ਸਮੇਂ ਜਾਂ ਉਸ ਤੋਂ 1-2 ਦਿਨ 4 ਦਿਨ ਪਹਿਲਾਂ ਕਰੋਨਾ ਦੀ ਰਿਪੋਰਟ ਪੋਜ਼ਿਟਿਵ ਆਈ ਹੋਈ ਤਾਂ ਕੀ ਉਹ ਵੋਟ ਪਾ ਸਕੇਗਾ? ਬਿਲਕੁਲ ਵੋਟ ਪਾ ਸਕੇਗਾ। ਪੋਸਟਲ ਬੈਲਟ ਦੇ ਜ਼ਰੀਏ ਪੋਸਟਲ ਬੈਲਟ ਉਸ ਤੱਕ ਪਹੁੰਚਾਉਣਾ ਹੋਏਗਾ। ਉਹ ਜ਼ਿੰਮੇਵਾਰੀ ਹੋਊਗੀ ਚਾਹੇ ਉਸ ਵਿਅਕਤੀ ਦੇ ਘਰੇ ਪੋਸਟਲ ਬੈਲਟ ਫੜਾ ਦਿੱਤਾ ਜਾਵੇ, ਕਿਉਂਕਿ ਜਿਹੜਾ ਕਰੋਨਾ ਪੇਸ਼ੈਂਟ ਗੌਰਵ ਹੈ ਉਹ ਔਨ ਰਿਕਾਰਡ ਹੁੰਦਾ ਹੈ ਕਿ ਇਸ ਪਰਿਵਾਰ ਦੇ ਵਿੱਚ ਆ ਬੰਦਾ ਕਰੋਨਾ ਪੋਜ਼ਿਟਿਵ ਹੈ। ਸੋ ਉਸ ਘਰੇ ਪੋਸਟਲ ਬੈਲਟ ਜਾਏਗਾ ਔਰ ਉਹ ਬੰਦਾ ਚਾਹੇ ਤਾਂ ਜਾਂ ਇਲੈਕਸ਼ਨ ਕਮਿਸ਼ਨ ਉਸ ਬਾਰੇ ਨੋਰਮਸ ਫਾਈਨਲ ਕਰੇਗਾ, ਸਟੇਟ ਇਲੈਕਸ਼ਨ ਕਮਿਸ਼ਨ, ਕਿ ਉਸ ਨੂੰ ਆਪਣੀ ਰਿਪੋਰਟ ਦਿਖਾਉਣ ਦੀ ਜ਼ਰੂਰਤ ਹੈ, ਨਾਲ ਲਾਉਣੀ ਹੈ, ਜਾਂ ਸਿੰਪਲ ਉਹ ਪੋਸਟਲ ਬੈਲਟ ਭਰ ਕੇ ਭੇਜ ਸਕਦਾ ਹੈ। ਔਰ ਇੱਕ ਚੀਜ਼ ਗੌਰਵ ਇਹਦੇ ਵਿੱਚ ਹੋਰ ਬਹੁਤ ਵੱਡੀ ਹੈ ਕਿ ਹੁਣ ਜਿਸ ਤਰੀਕੇ ਨਾਲ ਕੇਸ ਵੱਧ ਰਹੇ ਹੈ, ਇੱਕ ਦਿਨ ਦੇ ਵਿੱਚ 4000 ਕੇਸ, 5000 ਕੇਸ, 10000 ਕੇਸ, ਜੇ 14 ਜਨਵਰੀ ਤੱਕ 50000 ਜਾਂ 70000 ਕੇਸ ਹੁੰਦੇ ਆ ਤਾਂ ਇਹ ਮੰਨ ਕੇ ਚੱਲੀਏ ਕਿ 70000 ਪੋਸਟਲ ਬੈਲਟ ਦਾ ਵੀ ਉਸ ਦਿਨ ਇਸਤੇਮਾਲ ਹੋਏਗਾ। ਇੰਤਜ਼ਾਮ ਵੀ ਕਰਨਾ ਹੋਏਗਾ। ਖੈਰ ਵੋਟਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਸ ਦੇ ਨਾਲ ਅੱਗੇ ਵਧਦੇ ਹਾਂ ਤੇ ਇੱਕ ਹੋਰ ਵੱਡੀ ਖਬਰ ਹੈ ਉਸ ਦਾ ਰੁਖ ਕਰਾਂਗੇ। ਇਹ ਜਿਹੜੀ ਇਨਫੋਰਮੇਸ਼ਨ ਹੈ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤਰੀਕਾਂ ਤੁਸੀਂ ਦੋਵੇਂ ਨੋਟ ਕਰ ਲਓ। 14 ਫਰਵਰੀ ਦਾ ਵੀ ਦਿਨ, 10 ਮਾਰਚ ਦਾ ਵੀ ਦਿਨ। 14 ਫਰਵਰੀ ਨੂੰ ਤੁਸੀਂ EVM ਤੇ ਜਾ ਕੇ ਬਟਨ ਦਬਣਾ ਹੈ ਤੇ ਫਿਰ 10 ਮਾਰਚ ਨੂੰ ਨਿਊਜ਼ 18 ਪੰਜਾਬ ਤੁਹਾਡੇ ਤੱਕ ਪਹੁੰਚਾਏਗਾ ਕਿ ਜਿਸ ਨੂੰ ਤੁਸੀਂ ਵੋਟ ਪਾਈ ਉਹ ਜਿੱਤਿਆ ਕਿ ਨਹੀਂ। ਪੰਜਾਬ ਦੇ ਲੋਕਾਂ ਨੇ ਕਿਸ ਨੂੰ ਜਿਤਾਇਆ, ਕਿਸ ਦੀ ਸਰਕਾਰ ਬਣੀ, ਕਿਸ ਦੇ ਹੱਕ ਦੇ ਵਿੱਚ ਆਪਣਾ ਫੈਸਲਾ ਸੁਣਾਇਆ, ਉਸ ਦਾ ਇੰਤਜ਼ਾਰ ਤੁਹਾਨੂੰ ਕਰਨਾ ਹੋਏਗਾ।